ਜਿਹੜਾ ਖਾਲਸਾ ਕਾਲਜ ਸੀ ਫੰਡ ਰੇਜ਼ ਕਰ, ਔਰ ਖਾਲਸਾ ਕਾਲਜ ਨੂੰ ਹੀ ਫੰਡ ਰੇਜ਼ ਕਰਨ ਦਾ ਕਾਰਨ ਇੱਕ ਹੋਰ ਹੈ। ਜਿਹੜੀ ਗੱਲ ਅੱਜ ਦੱਸਦਾ ਸੀ ਕਿ ਜਦੋਂ ਡਾਕਟਰ ਬਖਸ਼ੀਸ਼ ਸਿੰਘ ਜੀ ਇੱਕ ਗਰੀਬ ਪਰਿਵਾਰ ਤੋਂ ਸਨ, ਔਰ ਜਦੋਂ ਪਹਿਲੀ ਵਾਰ ਬਾਬਾ ਸਰਵਣ ਸਿੰਘ ਭੰਗੜਾ ਸੀਨੀਅਰ ਸੈਕੰਡਰੀ ਤੋਂ 10ਵੀਂ ਜਾਂ 11ਵੀਂ ਕਲਾਸ ਨੂੰ ਪਾਸ ਕਰਕੇ ਇੱਕ ਖਾਲਸਾ ਕਾਲਜ ਵਿੱਚ ਆਏ ਐਡਮਿਸ਼ਨ ਵਾਸਤੇ, ਉਹਦੇ ਮੈਨੂੰ ਪਤਾ ਨਹੀਂ ਸੀ ਕਿਸੇ ਪਿੰਡੋਂ ਕਿਸੇ ਸਿਆਣੇ ਬੰਦੇ ਨੂੰ ਨਾਲ ਲਿਆ, ਉਹ ਨਾਲ ਲੈ ਕੇ ਇੱਥੇ ਆਏ, ਔਰ ਉਹਨਾਂ ਦੇ ਨੰਬਰ ਇੰਨੇ ਸੀ ਕਿ ਖਾਲਸਾ ਕਾਲਜ ਦੀ ਮੈਨੇਜਮੈਂਟ ਨੇ ਟੋਟਲ ਫੀਸ ਉਹਨਾਂ ਦੀ ਮਾਫ ਕਰ, ਕਹਿੰਦੇ ਕਿ ਮੈਨੂੰ ਇੱਕ ਬੂਸਟ ਮਿਲਿਆ ਇੱਥੋਂ ਪੜ੍ਹਾਈ ਵਾਸਤੇ। ਮੇਬੀ ਕਿ ਹੋ ਸਕਦਾ ਮੇਰੇ ਪਰਿਵਾਰ ਮੈਂਬਰ ਜਿਹੜੇ ਫੀਸ ਨਾ ਦੇ ਸਕੇ। ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਆਇਆ ਕਿ ਜਿਸ ਤਰ੍ਹਾਂ ਮੈਨੂੰ ਇਹਨਾਂ ਨੇ ਮੈਨੇਜਮੈਂਟ ਨੇ ਸਪੋਰਟ ਕੀਤੀ ਆ, ਔਰ ਮੈਂ ਇਸ ਚੀਜ਼ ਦੇ ਕਾਬਲ ਹੋ ਗਿਆ ਹਾਂ ਕਿ ਮੈਂ ਕਿਸੇ ਦੀ ਹੈਲਪ ਕਰ ਸਕਾਂ। ਉਹਨਾਂ ਨੇ ਮਕਸਦ ਉਹਨਾਂ ਨੇ ਇਹ ਬਣਾਇਆ ਕਿ ਮੈਂ ਆਪਣੇ ਇਸ ਖਾਲਸੇ ਘੱਟੋ ਘੱਟ ਇਸ ਕਾਲਜ ਦੇ ਬੱਚਿਆਂ ਦੀ ਮੈਂ ਜ਼ਰੂਰ ਮਦਦ ਕਰ ਸਕਾਂ, ਜਿਹੜੇ ਬੱਚੇ ਅੱਗੇ ਪੜ੍ਹਨਾ ਚਾਹੁੰਦੇ ਪਰ ਕਿਸੇ ਕਾਰਨਾਂ ਕਰਕੇ ਨਹੀਂ ਪੜ੍ਹ ਸਕਦੇ। ਔਰ ਦੂਸਰੀ ਕਾਰਨ ਹੈ ਕਿ ਡਾਕਟਰ ਸਾਡੇ ਬਖਸ਼ੀਸ਼ ਸਿੰਘ ਹੋਣੀ ਉਹਦੀ ਇੱਥੋਂ ਦੇ ਸਟੂਡੈਂਟ ਰਹਿ ਚੁੱਕੇ ਨੇ, ਉਹਨਾਂ ਦੇ ਬ੍ਰਦਰਸ ਜਿਨ੍ਹਾਂ ਦਾ ਮੈਂ ਸਰਦਾਰ ਕਾਨ ਸਿੰਘ ਹੋਣਾ ਦਾ ਨਾਮ ਲਿਆ, ਉਹ ਵੀ ਇੱਥੋਂ ਦੇ ਸਟੂਡੈਂਟ ਰਹਿ ਚੁੱਕੇ ਨੇ। ਜੀ ਗੁਰਵਿੰਦਰ ਕੌਰ ਜਿਹੜੇ ਆ ਉਹ ਵੀ ਇੱਥੋਂ ਦੇ ਸਟੂਡੈਂਟ ਰਹਿ ਚੁੱਕੇ ਨੇ, ਅਰਦਾਸ ਮੈਂ ਵੀ ਇੱਥੋਂ ਦਾ ਸਟੂਡੈਂਟ ਰਹਿ ਚੁੱਕਿਆ। ਅਸੀਂ ਇੱਕ ਪਰਿਵਾਰਕ ਮਾਹੌਲ ਹੈ ਸਾਡਾ ਸਾਰਾ ਇੱਥੇ। ਅਸੀਂ ਕਹਿ ਲਓ ਕਿ ਅਸੀਂ ਤੁਹਾਡੇ ਵੱਡੇ ਭਰਾਵਾਂ ਨੂੰ, ਤੁਸੀਂ ਸਾਡੇ ਛੋਟੇ ਬੱਚਿਆਂ ਨੂੰ, ਅਤੇ ਸਾਡਾ ਮਕਸਦ ਇਹ ਹੈ ਕਿ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਸਾਡੀ ਚੱਲ ਰਹੀ ਹੈ, ਅਸੀਂ ਤੁਹਾਡੀ ਹੈਲਪ ਕਰ ਰਹੇ ਹਾਂ। ਪਰਮਾਤਮਾ ਕਰੇ ਕਿ ਤੁਸੀਂ ਵੀ ਇਹ ਚੀਜ਼ ਦੇ ਕਾਬਲ ਬਣੋ ਕਿ ਤੁਸੀਂ ਨੈਕਸਟ ਆਉਣ ਵਾਲੇ ਸਮੇਂ 'ਤੇ ਤੁਸੀਂ ਵੀ ਕਿਸੇ ਨਾ ਕਿਸੇ ਤਰ੍ਹਾਂ ਹੈਲਪ। ਸੋ ਸਾਡਾ ਇਹ ਮਕਸਦ ਸੀ ਉਹਨਾਂ ਦਾ, ਔਰ ਸਾਡਾ ਮਕਸਦ ਸੀ ਕਿ ਅਸੀਂ ਘੱਟੋ ਘੱਟ ਉਹਨਾਂ ਬੱਚਿਆਂ ਨੂੰ ਇੱਕ ਜ਼ਰੂਰ ਮਿਲੀਏ ਕਿ ਕਈ ਵਾਰ ਕਈ ਗੱਲਾਂ ਹੁੰਦੀਆਂ ਵਾ ਉਹ ਸਾਡੇ ਤੱਕ ਨਹੀਂ ਉੱਪਰਦੀਆਂ ਜਾਂ ਸਾਡੇ ਤੱਕ ਪਹੁੰਚਦੀਆਂ ਨਹੀਂ, ਜਾਂ ਕਈ ਵਾਰ ਬੱਚੇ ਗੱਲ ਨੂੰ ਕਹਿ ਨਹੀਂ ਸਕਦੇ ਹੈ ਨਾ, ਕਈ ਉਹਨਾਂ ਦੇ ਮਨ 'ਚ ਹੋਰ ਵੀ ਕਈ ਗੱਲਾਂ ਹੁੰਦੀਆਂ, ਹੋਰ ਵੀ ਕਈ ਤਰੀਕੇ ਦੇ ਨਾਲ ਕਿਸੇ ਤਰ੍ਹਾਂ ਦੀ ਹੋਰ ਵੀ ਕੋਈ ਹੈਲਪ ਤੁਸੀਂ ਐਜੂਕੇਸ਼ਨ ਦੇ ਲੈਵਲ 'ਤੇ ਜੇ ਤੁਸੀਂ ਚਾਹੋਗੇ ਤਾਂ ਉਹਦੀ ਵੀ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਅਸੀਂ ਜਿੱਦਾਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਜਿਹੜਾ ਮੇਨ ਕਾਲਜ ਹੈ ਉੱਥੇ ਅਸੀਂ 1 ਕਰੋੜ ਤੇ 10 ਲੱਖ ਦੀ ਅਸੀਂ ਉਸ ਕਾਲਜ ਨੂੰ ਕਰਕੇ ਦਿੱਤੀ ਹੈ, ਔਰ ਉਹਦਾ ਤਕਰੀਬਨ 90,000 ਰੁਪਇਆ ਜਿਹੜਾ ਇੰਟਰਸਟ ਆਉਂਦਾ ਵਾ ਸਾਲ ਦਾ, ਉਹ ਕਾਲਜ ਦੇ ਮੇਨ ਕਾਲਜ ਯੂਜ਼ ਕਰਦਾ। ਔਰ ਇਸੇ ਤਰ੍ਹਾਂ ਜਿੱਦਾਂ ਦੱਸਿਆ ਜਸਵਿੰਦਰ ਸਿੰਘ ਹੋਣਾ ਨੇ, ਇੱਥੇ ਅਸੀਂ ਨਗਦ ਹਰ ਸਾਲ 5 ਲੱਖ ਦੀ ਸੀ, ਪਰ ਐਤਕੀ ਅਸੀਂ ਹੋ ਸਕਦਾ ਕਿ ਅਸੀਂ ਤੁਹਾਡੀ ਜਿਹੜੀ ਐਨੂਅਲ ਹੈਲਪ ਹੋਈ ਉਹ 7 ਜਾਂ 8 ਲੱਖ ਤੱਕ ਅਸੀਂ ਲੈ ਲਵਾਂਗੇ। ਔਰ ਇਸੇ ਤਰ੍ਹਾਂ ਅਸੀਂ ਬੀਐਡ ਕਾਲਜ ਨੂੰ ਪਿਛਲੀ ਵਾਰ ਤੇ ਸਟੂਡੈਂਟ ਕਰਕੇ ਪੜ੍ਹ ਕੇ ਵੀ 3 ਲੱਖ ਦੀ ਉੱਥੇ ਹੈਲਪ ਕੀਤੀ। ਔਰ ਇਸ ਤੋਂ ਇਲਾਵਾ ਅਸੀਂ ਇੱਕ ਹੋਰ ਮੇਨ ਫੰਕਸ਼ਨ ਉੱਥੇ ਕਰਵਾਇਆ, ਪ੍ਰਿੰਸੀਪਲ ਮੈਡਮ ਨੇ ਜਿਹੜਾ ਆਪਣਾ ਨੈਸ਼ਨਲ ਦਾ ਪਾਸ ਪੰਜਾਬ ਟੀਚਰ ਅਵਾਰਡਸ ਆਫ ਦਾ ਈਅਰ, ਅਸੀਂ ਜਿਹਦੇ ਮਨ 'ਚ ਇਹ ਸੋਚਿਆ ਕਿ ਜਿੱਥੇ ਅਸੀਂ ਬੱਚਿਆਂ ਨੂੰ ਪ੍ਰਮੋਟ ਕਰ ਰਹੇ ਹਾਂ, ਅਸੀਂ ਟੀਚਰ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ, ਕਿਉਂਕਿ ਟੀਚਰ ਔਰ ਸਟੂਡੈਂਟ ਦਾ ਇੱਕ ਬਹੁਤ ਵੱਡਾ ਆਪਸੀ ਲਿੰਕ ਹੁੰਦਾ ਹੈ, ਰਿਸ਼ਤਾ ਹੁੰਦਾ, ਔਰ ਇਹ ਟੀਚਰ ਚਾਹਵੇ ਤਾਂ ਸਟੂਡੈਂਟ ਨੂੰ ਬਹੁਤ ਦੂਰ ਤੱਕ ਲੈ ਕੇ ਜਾ ਸਕਦਾ। ਸੋ ਉੱਥੇ ਅਸੀਂ ਸਾਰੇ ਟੋਟਲ ਅਸੀਂ ਪੰਜਾਬ ਦੇ ਟੀਚਰਾਂ ਨੂੰ ਬੁਲਾ ਕੇ ਉਹਨਾਂ ਦੀ ਬਕਾਇਦਾ ਉਹਨਾਂ ਦੀਆਂ ਫਾਈਲਿੰਗਸ ਹੋਈਆਂ, ਉਹਨਾਂ ਦੀਆਂ ਫਾਈਲਿੰਗ ਚੈੱਕ ਹੋਈਆਂ। ਉਸ ਤੋਂ ਬਾਅਦ ਅਸੀਂ ਉਹਨਾਂ ਦੀ ਇੰਟਰਵਿਊਜ਼ ਪ੍ਰਿੰਸੀਪਲ ਵੀ ਬੈਠੇ ਸੀ, ਮੈਂ ਵੀ ਬੈਠਾ ਸੀ, ਦਾਸਦਾਰ ਨਰਸ ਵੀ ਬੈਠੇ ਸੀ, ਅਸੀਂ ਪ੍ਰੋਪਰ ਉਹਨਾਂ ਦੀ ਇੰਟਰਵਿਊਜ਼ ਵੀ ਲਈਆਂ। ਔਰ ਇੰਟਰਵਿਊਜ਼ ਲੈਣ ਤੋਂ ਬਾਅਦ ਅਸੀਂ 3 ਪੋਜੀਸ਼ਨ ਉੱਥੇ ਦਿੱਤੀਆਂ। ਇਹਨਾਂ ਸਭ ਤੋਂ ਪਹਿਲਾਂ ਇਨਾਮ ਸੀ ਉਹ ਰਣਜੀਤ ਸਿੰਘ ਜੀ ਬਾਬਾ ਭਗਤ ਸੀਨੀਅਰ ਸੈਕੰਡਰੀ ਸਕੂਲ 1 ਲੱਖ ਰੁਪਏ ਇਨਾਮ ਸੀ, ਫਸਟ ਇਨਾਮ ਦਿੱਤਾ। ਔਰ ਦੂਸਰਾ ਇਨਾਮ ਜਿਹੜਾ ਹੈਗਾ ਸੀ ਸਪਰਿੰਗ ਡੇਲ ਦੇ ਮੈਡਮ ਸੀ, ਉਹਨਾਂ ਨੂੰ 25,000 ਦਾ। ਤੀਸਰਾ ਇਨਾਮ ਹੁਸ਼ਿਆਰਪੁਰ ਤੋਂ ਐਲੀਮੈਂਟਰੀ ਸਕੂਲ ਦੇ ਟੀਚਰ ਸੀ ਉਹਨਾਂ ਨੂੰ ਮਿਲਿਆ। ਉਹਨਾਂ ਮਿਲਣ ਦਾ ਕਾਰਨ ਇਹ ਸੀ ਕਿ ਜੇ ਸਕੂਲ 'ਚ ਪੜ੍ਹਾਉਂਦੇ ਸੀ ਨਾ ਜੀ, ਉਸੇ ਸਕੂਲ 'ਚ ਉਹਨਾਂ ਦੇ ਬੱਚੇ ਪੜ੍ਹਦੇ ਸੀ। ਬਹੁਤ ਵੱਡਾ ਹੈ। ਆਮ ਤੁਸੀਂ ਦੇਖੋ ਕਿ ਟੀਚਰਸ ਪਤਾ ਨਹੀਂ ਉਹਨਾਂ ਦੇ ਕੌਨਫੀਡੈਂਸ ਨਹੀਂ ਹੁੰਦਾ ਕਿ ਮੈਂ ਜਿੱਥੇ ਪੜ੍ਹਾ ਰਹੀ ਹਾਂ ਜਾਂ ਪੜ੍ਹਾ ਰਿਹਾ ਹਾਂ ਮੇਰੇ ਬੱਚੇ ਵੀ ਉੱਥੇ ਪੜ੍ਹਨ, ਪਰ ਅਸੀਂ ਉਹਨੂੰ ਬਹੁਤ ਪਲੱਸ ਪੁਆਇੰਟ ਦੇ ਕੇ ਉਹਨੂੰ ਹੋਰ ਪ੍ਰਮੋਟ ਕਰਨ ਵਾਸਤੇ ਕਿ ਸਾਡੀ ਇੱਕ ਲੋਕਾਂ ਵਾਸਤੇ ਇੱਕ ਮਿਸਾਲ ਬਣ ਸਕੇ ਹੈ ਨਾ। ਉਹ ਅਸੀਂ ਉਹ ਹਰ ਸਾਲ ਹੀ ਪ੍ਰੋਗਰਾਮ ਹੋਏਗਾ, ਐਸਾ ਫਿਰ ਪ੍ਰੋਗਰਾਮ ਹੋਣਾ ਹੈ, ਉਹ ਹਰ ਸਾਲ ਹੀ ਅਸੀਂ ਕਰਿਆ ਕਰਨਾ। ਜਿਹੜਾ ਕਿ ਟੋਟਲ ਪਿਛਲੀ ਵਾਰ ਕਰੋਨਾ ਕਰਕੇ ਅਸੀਂ ਜ਼ਿਆਦਾ ਨਹੀਂ ਸੀ ਟੀਚਰਾਂ ਨੂੰ ਨਹੀਂ ਕਰ ਸਕੇ, ਕਾਲਜ ਸਕੂਲ ਬੰਦ ਸਨ, ਉਹ ਸਿਰਫ ਅਸੀਂ ਵੈਸੇ ਰੱਖਿਆ ਸਕੂਲਾਂ ਵਾਸਤੇ, ਪਲੱਸ 2 ਤੱਕ ਸਕੂਲਾਂ ਵਾਸਤੇ, ਪ੍ਰਾਈਵੇਟ ਸਰਕਾਰੀ ਕੋਈ ਨਹੀਂ ਜਾ ਸਕਦਾ। ਐਪ ਸਾਡਾ ਲੱਗਦਾ ਕਿ ਅਸੀਂ ਚੰਡੀਗੜ੍ਹ ਤੋਂ ਉਹਨਾਂ ਦੇ ਐਜੂਕੇਸ਼ਨ ਡਿਪਾਰਟਮੈਂਟ ਤੋਂ ਪ੍ਰੋਪਰ ਅਸੀਂ ਡੀਓਜ਼ ਨੂੰ ਲੈਟਰਸ ਕਰਵਾ ਕੇ ਪ੍ਰੋਪਰ ਉੱਥੋਂ ਅਸੀਂ ਸਾਰਿਆਂ ਨੂੰ ਆਫਰ ਦੇਵਾਂਗੇ ਕਿ ਤੁਸੀਂ ਅਪਲਾਈ ਕਰ ਸਕਦੇ। ਬਾਕੀ ਇਸ ਪ੍ਰੋਗਰਾਮ ਨੂੰ ਸਾਡੇ ਨੂੰ ਵੇਖ ਕੇ ਵੀ ਕਈਆਂ ਦੇ ਮਨ ਬੜੇ ਹੋਣਗੇ, ਬਹੁਤ ਵਧੀਆ ਢੰਗ ਨਾਲ ਅਸੀਂ ਉਹਦੇ ਜੋ ਵੀ ਉਹਦੇ
ਅਸੈਸਮੈਂਟ ਲਾਈ ਆ, ਹਰ ਚੀਜ਼ ਜਿਹੜੀ ਬਹੁਤ ਵਧੀਆ ਢੰਗ ਦੇ ਨਾਲ ਅਸੀਂ ਉਹ ਸਾਰਾ ਕੋਸ਼ਿਸ਼ ਕੀਤੀ ਆ ਕਿ ਟੀਚਰ ਨੂੰ ਵੀ ਇੱਕ ਬੂਸਟ ਦਈਏ ਉਹਨਾਂ ਦੇ ਵਿੱਚ। ਹਰ ਟੀਚਰ ਹੀ ਚਲੋ ਮਿਹਨਤ ਕਰਦਾ ਹੈ ਆਪਣੇ ਤੌਰ 'ਤੇ, ਵੱਧ ਤੋਂ ਵੱਧ ਐਫਰਟਸ ਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਆਪਣੀ ਐਜੂਕੇਸ਼ਨ ਜਿਹੜੀ ਉਹ ਬੱਚਿਆਂ ਤੱਕ ਦੇ ਸਕਾਂ, ਜੋ ਉਹਨਾਂ ਨੇ ਸਿੱਖਿਆ ਉਹ ਤੁਹਾਨੂੰ ਸਿਖਾ ਸਕਾਂ। ਪਰ ਫਿਰ ਵੀ ਅਸੀਂ ਬੂਸਟ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਜੇ ਕਮੀ ਪੇਸ਼ੀ ਵੀ ਹੋਵੇ ਬੱਚਿਆਂ ਟੀਚਰ ਸਾਹਿਬਾਨ ਦੇ ਵਿੱਚ ਉਹਨਾਂ ਨੂੰ ਹੋਰ ਪ੍ਰਮੋਟ ਕੀਤਾ ਜਾਵੇ। ਸੋ ਦੂਸਰਾ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਬੇਟਾ ਕਿ ਜੋ ਹਾਲਾਤ ਹੁੰਦੇ ਆ ਹਾਲਾਤ ਤੇ ਬਦਲ ਚੇਂਜ ਹੁੰਦੇ ਹੁੰਦੇ ਹਾਲਾਤ, ਪਰ ਜਿਹੜਾ ਟਾਈਮਿੰਗ ਹੈ ਨਾ ਤੁਹਾਡਾ ਇਹ ਦੁਬਾਰਾ ਨਹੀਂ ਆਉਣਾ। ਮੈਨੂੰ ਅੱਜ ਨੂੰ ਕਵੇ ਕਿ ਇੱਥੇ ਆ ਕੇ ਪੜ੍ਹ ਲਓ, ਮੈਂ ਨਹੀਂ ਪੜ੍ਹ ਸਕਦਾ, ਹੈ ਨਾ ਜੀ। ਜਿਹੜਾ ਤੁਹਾਡਾ ਹਾਲਾਤ ਅੱਜ ਨੇ ਉਹ ਕੱਲ੍ਹ ਹੋਰ ਹੋ ਸਕਦੇ ਨੇ, ਪਰ ਜਿਹੜਾ ਤੁਹਾਡਾ ਟਾਈਮ ਆ ਸਟੱਡੀ ਦਾ ਟਾਈਮ ਉਹ ਇਹੋ ਹੀ ਹੈ। ਮੈਂ ਉਹ ਬੰਦੇ ਪ੍ਰਿੰਸੀਪਲ ਦੇਖੇ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਲਾਈਟਾਂ ਨਹੀਂ ਸੀ ਪਿੰਡਾਂ 'ਚ, ਔਰ ਤਗੜੇ ਤੇ ਜਿਹੜੇ ਜੈਲਦਾਰ ਬੰਦੇ ਸੀ ਨਾ ਉਹਨਾਂ ਦੇ ਘਰਾਂ ਦੇ ਬਾਹਰ ਜਿਹੜੇ ਬਲਬ ਜਗਦੇ ਹੁੰਦੇ ਸੀ ਨਾ ਉਹ ਥੱਲੇ ਬਹਿ ਕੇ ਪੜ੍ਹਦੇ ਹੁੰਦੇ ਸੀ। ਉਹ ਘਰਾਂ ਵਾਲੇ ਸੁੱਤੇ ਹੁੰਦੇ ਸੀ, ਉਹ ਪੜ੍ਹਦੇ ਹੁੰਦੇ ਸੀ, ਪਰ ਉਹ ਅੱਜ ਉਹ ਬੜੀਆਂ ਵੱਡੀਆਂ ਪੋਸਟਾਂ 'ਤੇ ਲੱਗੇ। ਗੱਲ ਕੀ ਉਹਨਾਂ ਦੇ ਹਾਲਾਤ ਨੂੰ ਸਾਹਮਣੇ ਨਹੀਂ ਆਉਂਦੇ। ਮੁਸ਼ਕਿਲਾਂ ਕਈ ਹੁੰਦੀਆਂ ਜ਼ਿੰਦਗੀ 'ਚ ਆਉਂਦੀਆਂ ਜਾਂਦੀਆਂ, ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਤਾਂ ਸਾਡਾ ਇਮਤਿਹਾਨ ਹੀ ਨਹੀਂ ਲੈ ਰਹੇ। ਤੁਸੀਂ ਘਬਰਾ ਜਾਈਏ, ਨਹੀਂ ਜੀ ਮੈਂ ਨਹੀਂ ਪੜ੍ਹ ਸਕਦਾ ਜੀ, ਮੈਨੂੰ ਆਹ ਪ੍ਰੋਬਲਮ ਹੈ ਜੀ, ਮੈਂ ਨਹੀਂ ਪੜ੍ਹ ਸਕਦਾ, ਮੈਨੂੰ ਆਹ ਪ੍ਰੋਬਲਮ। ਲੋ ਇਹ ਤੁਸੀਂ ਸਮਝੋ ਤੁਸੀਂ ਚੈਲੰਜ ਨੂੰ ਕਬੂਲ ਨਹੀਂ ਕਰਨਾ। ਤੁਸੀਂ ਚੈਲੰਜ ਨੂੰ ਕਬੂਲ ਕਰਨਾ ਹੈ, ਭਾਵੇਂ ਜਿਹੋ ਜਿਹੇ ਬੜੇ ਹਾਲਾਤ ਹੋਵੇ, ਜਿਹੋ ਜਿਹੇ ਬੱਚੀ ਸਾਡੇ ਘਰੇਲੂ ਪ੍ਰੋਬਲਮਸ ਹੋਣ, ਪਰ ਤੁਹਾਡਾ ਇੱਕ ਏਮ ਹੋਣਾ ਚਾਹੀਦਾ। ਏਮ ਕਿ ਤੁਸੀਂ ਜ਼ਿੰਦਗੀ ਦਾ ਏਮ ਕੀ ਆ, ਤੁਸੀਂ ਕਰਨਾ ਕੀ ਆ, ਜੋ ਵੀ ਕਰਨਾ ਇਹਨੂੰ ਐਂਡ ਤੱਕ ਪਹੁੰਚਣਾ ਹੈ, ਮਜ਼ਾ ਫੇਰ ਨਹੀਂ ਤਾਂ ਟਾਈਮ ਪਾਸ ਦਾ ਜ਼ਿੰਦਗੀ ਤੁਹਾਨੂੰ ਪਤਾ ਸਮਾਂ ਤੇ ਤੁਹਾਨੂੰ ਬਤੀਤ ਕਰੀ ਜਾ ਰਿਹਾ। ਹੌਲੀ ਹੌਲੀ ਤੁਸੀਂ ਆਪਣਾ ਸਮਾਂ ਲੰਘਾ ਹੀ ਰਹੇ ਜੀ, ਇਹਨੂੰ ਤੁਸੀਂ ਚੰਗੇ ਕੰਮ ਵਾਸਤੇ ਲੰਘਾ ਰਹੇ ਜੀ ਜਾਂ ਨੈਗੇਟਿਵ ਵਾਸਤੇ ਲੰਘਾ ਰਹੇ, ਉਹ ਅਸੈਸਮੈਂਟ ਹੈ। ਸੋ ਮੈਂ ਇਹਨੂੰ ਕਹਾਂਗਾ ਕਿ ਹੀਰੇ ਜਿਹੜੇ ਆ ਉਹ ਤਰਾਸ਼ੇ ਜਾਂਦੇ ਆ, ਜਿੰਨਾ ਹੀਰਾ ਤਰਾਸ਼ਿਆ ਜਾਵੇ ਨਾ ਉਨਾ ਹੀ ਕੀਮਤੀ ਹੈ। ਸੋ ਜਿਹੜੇ ਹਾਲਾਤ ਹੁੰਦੇ ਆ, ਜਿਹੜੀਆਂ ਮੁਸ਼ਕਿਲਾਂ ਹੁੰਦੀਆਂ, ਸਮਝ ਲਓ ਕਿ ਤੁਹਾਨੂੰ ਤਰਾਸ਼ਿਆ ਜਾ ਰਿਹਾ, ਤੁਹਾਨੂੰ ਘੜਿਆ ਜਾ ਰਿਹਾ। ਆਉਣ ਵਾਲੀਆਂ ਮੁਸ਼ਕਿਲਾਂ, ਆਉਣ ਵਾਲੇ ਮੁਕਾਬਲੇ, ਕਿਸੇ ਵੀ ਐਫਰਟਸ ਦੇ ਨਾਲ ਮੁਕਾਬਲਾ ਕਰਨ ਵਾਸਤੇ ਤੁਹਾਨੂੰ ਤਿਆਰ ਕੀਤਾ ਜਾ ਰਿਹਾ। ਘਬਰਾਉਣਾ ਨਹੀਂ ਕਿਸੇ ਗੱਲ ਤੋਂ। ਮੁਸ਼ਕਿਲਾਂ ਸਮੇਂ ਦੇ ਅਨੁਸਾਰ, ਹਾਲਾਤ ਦੇ ਅਨੁਸਾਰ ਚੇਂਜਸ ਹੋਈਆਂ ਲਗਾਤਾਰ, ਕੁਝ ਵੀ ਨਹੀਂ। ਪਿੱਛੇ ਤੁਸੀਂ ਦੇਖਿਆ ਕਰੋਨਾ ਦੇ ਵਿੱਚ ਕਾਲਜ ਬੰਦ ਹੋ ਗਏ, ਸਾਡਾ ਘਰਾਂ ਤੋਂ ਮੇਰੇ ਸਾਹ ਨਿਕਲਣਾ ਮੁਸ਼ਕਿਲ ਹੋ ਗਿਆ ਸੀ। ਮੇਰੀ ਵੀ ਮੈਂ ਹੈਲਥ ਡਿਪਾਰਟਮੈਂਟ 'ਚ ਵੈਸੇ ਜੋਬ ਕਰਦਾ, ਅਸੀਂ ਤਾਂ ਚਲੋ ਰਹੇ 24 ਘੰਟੇ ਅਸੀਂ ਫੀਲਡ ਦੇ ਵਿੱਚ ਰਹਿ ਕੇ ਕੋਸ਼ਿਸ਼ ਕੀਤੀ ਲੋਕਾਂ ਦੀ ਸੇਵਾ ਕਰਨ ਵਾਸਤੇ, ਹੈ ਨਾ। ਪਰ ਫਿਰ ਵੀ ਬਹੁਤ ਮੁਸ਼ਕਿਲਾਂ ਆਈਆਂ ਸਾਨੂੰ, ਔਰ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਆਈਆਂ। ਹੋ ਸਕਦਾ ਤੁਹਾਡੇ ਪਰਿਵਾਰਾਂ 'ਚ ਵੀ ਆਈਆਂ ਹੋਣ, ਕਾਰੋਬਾਰਾਂ 'ਚ ਵੀ ਆਈਆਂ ਹੋਣ, ਘਰੇਲੂ ਸਮੱਸਿਆਵਾਂ ਵੀ ਵਧੀਆਂ ਹੋਣ, ਪਰ ਨਹੀਂ, ਕੋਈ ਨਹੀਂ, ਇਹ ਕੁਦਰਤ ਦੀ ਖੇਡ ਹੈ। ਜੇ ਦਿਨ ਹੈ ਤੇ ਰਾਤ ਹੈ ਨਾ ਜੀ, ਜੇ ਦੁੱਖ ਹੈ ਤਾਂ ਸੁੱਖ ਹੈ। ਹਰ ਚੀਜ਼ ਦੇ ਨਾਲ ਦੂਜਾ ਕਨਸੈਪਟ ਜੁੜਿਆ ਹੋਇਆ, ਇਕੱਠਾ ਹੀ ਚੱਲਦਾ ਹੈ, ਇੱਕ ਤੋਂ ਬਾਅਦ ਇੱਕ, ਇੱਕ ਤੋਂ ਬਾਅਦ ਇੱਕ। ਸੂਰਜ ਹੈ ਤੇ ਚੰਦਰਮਾ। ਸੋ ਇਸ ਚੀਜ਼ ਨੂੰ ਸਾਹਮਣੇ ਰੱਖ ਕੇ ਤੁਸੀਂ ਜ਼ਿੰਦਗੀ ਦਾ ਇਹ ਬਣਾ ਕੇ ਚੱਲੋ। ਮੁਸ਼ਕਿਲਾਂ ਸਮੇਂ ਦੇ ਆਉਣੀਆਂ ਰਹਿਣਗੀਆਂ। ਆਪਣੇ ਆਪ ਨੂੰ ਹਰ ਮੁਕਾਬਲੇ ਵਾਸਤੇ ਤਿਆਰ ਰੱਖੋ, ਔਰ ਉਸ ਮੁਕਾਬਲੇ ਵਿੱਚ ਇਹ ਸੋਚੋ ਕਿ ਮੈਂ ਜਿੱਤਣਾ ਹੈ, ਜਿੱਤਣਾ ਤੇ ਜਿੱਤਣਾ ਹੈ। ਇਹ ਮਨ ਦੇ ਵਿੱਚ ਭਾਵਨਾ ਹੋਣੀ ਚਾਹੀਦੀ। ਸਮਾਂ ਜਿਹੋ ਜਿਹਾ ਮਰਜ਼ੀ ਆ ਜਾਵੇ। ਉਹ ਕਈ ਵਾਰ ਕਹਿੰਦੇ ਨਾ, ਅਸੀਂ ਜਦੋਂ ਮੈਂ ਪੜ੍ਹਦਾ ਰਿਹਾ, ਮੇਰਾ ਪਿੰਡ ਵੀ ਭਗਨੇ ਦੇ ਲਾਗੇ ਹੁਸ਼ਿਆਰਪੁਰ, ਅਸੀਂ ਮੈਂ ਤੇ ਮੇਰਾ ਇੱਕ ਚਾਚੇ ਦਾ ਲੜਕਾ, ਦੋਵੇਂ ਜਾਣੇ ਅਸੀਂ ਕਾਲਜ ਆਏ, ਅਸੀਂ ਗ੍ਰੈਜੂਏਸ਼ਨ ਕੀਤੀ ਹੈ। ਹੋਰ ਕਿਸੇ ਸਮਾਂ ਨਹੀਂ ਸੀ। ਅਸੀਂ ਸਵੇਰੇ ਇੱਕ ਬੱਸ 7 ਵਜੇ ਚੱਲਦੀ ਹੁੰਦੀ ਸੀ, ਉੱਥੇ ਚੜ੍ਹਦੇ ਹੁੰਦੇ ਸੀ, ਅਤੇ ਇੱਥੇ ਸਾਡੀ ਦਿਹਾੜੀ ਜਿਹੜਾ ਸ਼ਾਮਾਂ ਨੂੰ 5 ਵਜੇ ਵਾਪਸ ਚੱਲਦੀ ਹੁੰਦੀ ਸੀ ਬੱਸ। ਉਹ ਹੀ ਸਭ ਤੋਂ ਬਹੁਤ ਐਫਰਟਸ ਹੁੰਦਾ ਸੀ, ਉੱਥੇ ਹੀ ਬਹਿ ਕੇ ਆਪਣੇ ਘਰਾਂ ਨੂੰ ਚਲੇ ਜਾਂਦੇ। ਪਰ ਅਜੇ ਸਾਡੇ ਨੂੰ ਚਲੋ ਹੁੰਦਾ ਸਭ ਕੁਝ ਹੈ, ਗੁਰੂ ਸਾਹਿਬ ਦੀ ਸੀਸ ਬਖਸ਼ਿਸ਼ ਹੋਵੇ ਤੇ ਤਾਂ ਹੀ ਸਾਰੇ ਕਾਰਜ ਹੁੰਦੇ ਨੇ। ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਚੰਗੇ ਸਥਾਨਾਂ 'ਤੇ ਪਹੁੰਚੋ, ਔਰ ਸਾਨੂੰ, ਸਾਡੀ ਮੈਨੇਜਮੈਂਟ ਨੂੰ, ਸਾਡੀ ਖਾਲਸਾ ਗਲੋਬਲ ਰੀਚ ਫਾਊਂਡੇਸ਼ਨ ਦੇ ਮਨ ਦੇ ਵਿੱਚ ਭਾਵਨਾ ਹੋਵੇ ਕਿ ਅਸੀਂ ਇਹਨਾਂ ਬੱਚਿਆਂ ਦੀ ਹੈਲਪ ਕੀਤੀ ਸੀ ਤੇ ਇਹ ਜ਼ਿੰਦਗੀ ਦੇ ਕਿਸੇ ਮੰਜ਼ਿਲ 'ਤੇ ਪਹੁੰਚ ਸਕੇ, ਸਾਨੂੰ ਵੀ ਖੁਸ਼ੀ ਹੋਵੇਗੀ। ਸੋ ਮੈਂ ਆਸ ਕਰਾਂਗਾ ਬੱਚੇ ਕਿਸੇ ਤਰ੍ਹਾਂ ਦਾ ਘਬਰਾਉਣ ਦੀ ਲੋੜ ਨਹੀਂ। ਹੋਰ ਵੀ ਕਿਸੇ ਤਰ੍ਹਾਂ ਦੀ ਹੈਲਪ ਹੋਵੇ, ਜਿਸ ਦੱਸਣ ਵਿੱਚ ਜਿਹੜੇ ਨੇ ਤੁਸੀਂ ਇਹਨਾਂ ਨੂੰ ਵੀ ਦੱਸ ਸਕਦੇ ਜੀ। ਆਪਾਂ ਮਤਲਬ ਜਿਹੜੇ ਬੱਚੇ ਨੇ ਸਟੱਡੀ ਕਰਨੀ, ਉਹਦਾ ਇੱਕ ਮੈਂ ਸਿੰਗਲ ਭਾਜੀ ਇੱਕ ਹੋਰ ਸ਼ਰਤ ਰੱਖਣਾ ਚਾਹੁੰਦਾ ਕਿ ਬੱਚਿਆਂ ਦੇ ਨੰਬਰ ਹਮੇਸ਼ਾ ਇਨਕਰੀਜ਼ ਹੋਣੇ ਚਾਹੀਦੇ। ਸਾਨੂੰ ਇਹ ਪਤਾ ਹੋਵੇ ਕਿ ਬੱਚੇ ਪੜ੍ਹਨ ਵਾਸਤੇ ਆਏ ਆ, ਪਾਸ ਮਾਰਕਿੰਗ ਨਹੀਂ। ਪਾਸ ਮਾਰਕਿੰਗ ਦਾ ਕੋਈ ਫਾਇਦਾ ਨਹੀਂ। ਜੋ ਕਰਨਾ ਹੈ ਉਹਨੂੰ ਮਤਲਬ ਟੌਪ 'ਤੇ ਲੈ ਕੇ ਜਾਣਾ, ਫਿਰ ਮਜ਼ਾ। ਫਿਰ ਅਸੀਂ ਤੁਹਾਡੀ ਹੋਰ ਵੀ ਹੈਲਪ ਕਰ ਸਕਦੇ ਹਾਂ। ਤੁਹਾਡੀ ਇੱਥੇ ਗ੍ਰੈਜੂਏਸ਼ਨ ਹੈ, ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਹੈ, ਉਸ ਤੋਂ ਬਾਅਦ ਵੀ ਜੇ ਤੁਹਾਨੂੰ ਕਿਤੇ ਲੋੜ ਪਵੇ, ਪਰ ਤੁਹਾਡੀ ਕਾਬਲੀਅਤ ਹੋਣੀ ਚਾਹੀਦੀ ਹੈ ਨਾ। ਸਾਡੇ ਡਾਕਟਰ ਸਾਹਿਬ ਇੱਥੋਂ ਫਾਰਮੇਸੀ ਕਰਕੇ ਗਏ, ਔਰ
MBBS और MD डॉक्टर बख्शीश सिंह जी ने अमेरिका की और अज वो अपना हॉस्पिटल उत्थे रन कर रहे हैं जो तुहानू हैल्प करते हैं। और इस वक्त बहुत बख्शिश है इतने इन्होंने सिर्फ 1.5 किलो जमीन सी मैंने स्टोरी सुनाते हैं कि कहते मैं पापा ਨੂੰ ਕਿਹਾ पापा मैं +1 चलो हायर सैकेंडरी में एडमिशन लैनी है तो कहते मैं डैडी कहते कि मैं तो दिखा अपने पैसे नहीं है इसको पैसे तेरे वास्ते नहीं है तू जा इस तरह करना पर दिहाड़ी होनी ना फीस करना कहते पर मैं जज्बा नहीं छड्डिया मैं पढ़ना ही और अज वो अमेरिका के वैल सैटल उन्होंने तकरीबन 16-17 उन्होंने गैस पंप और 300-400 एकड़ जमीन और दान करने वाले कभी सोचते नहीं 8 करोड़ रुपये की इकट्ठी आप बिल्डिंग बनाई है उन्होंने सामने एग्रीकल्चर सामने स्किल डेवलपमेंट सेंटर डॉक्टर साहब उन्होंने अपनी मेहनत के और हम साढ़े 3 करोड़ तो 4 करोड़ का साढ़े एस्टीमेट गुरु नानक सिक्ख्या ते सेवा केंद्र असीं शुरू किया होया वा भगने के लागे और खालसा काल का मॉडल असीं बना रहे हैं उत्थे जिस भी बाहर ਇਹੋ ਦੇਖੋਗੇ ਉਹਦੇ ਵਿੱਚ ਅਸੀਂ ਜਿੱਥੇ ਅਸੀਂ ਹੈਲਪ ਕਰ ਰਹੇ ਹਾਂ ਉਹਨਾਂ ਪਰਿਵਾਰਾਂ ਨੂੰ ਮੈਡੀਕਲ ਪ੍ਰਪੇਅਰ ਕਰ ਰਹੇ ਹਾਂ ਉੱਥੇ ਐਜੂਕੇਸ਼ਨ ਨੂੰ ਦੂਰੋਂ ਕੰਸੈਪਟ ਰੱਖਿਆ ਉਹ ਬੱਚੇ ਜਿਹੜੇ 10ਵੀਂ ਤੋਂ ਬਾਅਦ ਜਾਂ 12ਵੀਂ ਤੋਂ ਬਾਅਦ ਪੜ੍ਹਾਈ ਛੱਡ ਚੁੱਕੇ ਆ ਉਹਨਾਂ ਨੂੰ ਕੋਈ ਹੱਥੀਂ ਕਿਰਤ ਕਰਕੇ ਸਿਖਾਉਣਾ ਕਿ ਘੱਟੋ ਘੱਟ ਆਪਣੀ ਲਾਈਫ ਦੇ ਵਿੱਚ ਸੈਟਲ ਹੋ ਸਕਣ ਸਫਲ ਹੋ ਸਕਣ ਕੋਈ ਕੰਮ ਸਿਖਾਉਣਾ ਨੈਟਵਰਕ ਦਾ ਸਿਖਾਉਣਾ ਮੋਬਾਈਲ ਦਾ ਸਿਖਾਉਣਾ ਐਨੀ ਕੋਈ ਸਿਖਾਉਣਾ ਔਰ ਜਿਹੜੇ ਬੱਚੇ ਪਲੱਸ ਟੂ ਤੋਂ ਬਾਅਦ ਆ ਉਹਨਾਂ ਨੂੰ ਅਸੀਂ ਐਜੂਕੇਟ ਕਰਨਾ ਵਾ ਕਿ ਤੁਸੀਂ ਅਗਲੇ ਸਮੇਂ ਵਿੱਚ ਕਿਹੜਾ ਫੀਲਡ ਲੈਣਾ उन्होंने एजुकेट करना है और कंपटीशनों के एग्जाम जिदा पोस्टा निकलदियाँ वो कोचिंग भी असी उत्थे शुरू करनी है जो साडा एरिया के मकसद है अटारी सो मकसद यह है कि आप कोशिश करिए वध तो वध जिंदगी के अगे बढ़न की हालात समय जोड़े आते थे जाते रहते हैं सो मैं प्रिंसीपल मैडम का और टीचर साहबान और साढ़े वी जसविंदर सिंह का बहुत बहुत धन्यवाद करता है और आप बच्चों का धन्यवाद है कि तुम उन्होंने मेहनत एफर्ट है कि तुम भी उन्होंने कुछ ना कुछ प्राइज़ दो तो फिर मजा आता मैं ये कह सका कि जोड़े बच्चे आप हैल्प की ना जो बच्चा इतने पहुँच गया तो उन्होंने मन होर खुशी हो और उन्होंने हैल्प करना होर ही मन धन्यवाद वाहिगुरू खालसा बहुत बहुत धन्यवाद तो सर उन्होंने अपनी लाइफ के एक्सपीरियंस शेयर किए है उम्मीद है कि उन्होंने गलों मोटिवेशन तुम अपनी लाइफ के इनकॉर्पोरेट करोगे तो इस तरह ही अपनी मेहनत करके अगे जिंदगी के होर अपनी कामयाबियाँ हासिल करोगे। सर उन्होंने एक गल हुई कि साडा मेन एम है कि फीस करके कोई बच्चा जो पढ़ाई तो वांझा नहीं रहना चाहिए तो सर ने अपनी पूरी कोशिश कर रहे हैं तुम भी अगों उस तरीके अपना जोड़ा वा हंगारा दवो ते नाल पूरी मेहनत नाल पढ़ाई करो तो जिंदगी में कामयाबियाँ हासिल करो। गुरु नानक साहब का जो फिलासफा है कि करो नाम जपो वंड छको वो उपर बड़ी प्रपक्ता के नाल जोड़ा पैरा दे रहा है। गुरु साहब कृपा कर इन्होंने होर गुरु साहब चढ़ती कला की दात बख्शन तंदुरुस्ती दी दातां बख्शन ताकि इस तरह ही समाज के कारजां में चंगे हो के ये अपने कारज कर सकें। बहुत बहुत धन्यवाद प्रिंसीपल मैम